ਉਸ ਵਕਤ ਵੀ ਇਹ ਸੀ ਜਿਵੇਂ ਇਸ ਵਕਤ ਆਪਾਂ ਇੱਥੇ ਬੈਠੇ। ਪਾਕਿਸਤਾਨ ਬਣ ਗਿਆ, ਸਾਨੂੰ ਆਉਣਾ ਪਿਆ ਇੱਧਰ। ਕਿ ਸਾਲ ਹੁੰਦਾ ਰਿਹਾ ਹੈ, ਆਪਣਾ ਕਹਿ ਦਿਆ ਨੂੰ ਸਾਰਾ ਜ਼ੋਰ ਲਾਉਂਦਾ ਰਿਹਾ ਹੈ। ਬੱਚੀਆਂ ਜਵਾਨਾਂ ਨਾਰਾਂ ਛਾਲਾਂ ਮਾਰ ਦਿੱਤੀਆਂ ਉਹਨਾਂ ਅੰਗਰੇਜ਼ਾਂ ਦੀ ਖਾਤਰ। ਪਿਛਾਂ ਜਿਹੜੇ ਸਾਡੇ ਦੂਰ ਸੀ ਘਰਾਂ ਦੇ ਘਰ ਕਿਸੇ ਤੋਂ ਆਇਆ ਕੋਈ ਜੀ ਕੋਈ ਨਹੀਂ ਹੈ। ਅੱਲਾਹ ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸਾਰੇ ਵੇਖਣ ਵਾਲੇ ਤੇ ਸੁਣਨ ਵਾਲੇ ਨੂੰ ਅਮਰ ਮਲਕ ਦਾ ਸਲਾਮ ਪਹੁੰਚੇ। ਵੇਖੋ, ਆਜ਼ਾਦੀ ਬਹੁਤ ਵੱਡੀ ਨਿਮਤ ਹੈ। ਜਿਹੜੇ ਲੋਕ ਅੱਜ ਆਜ਼ਾਦ ਬੈਠੇ ਨੇ ਪਾਕਿਸਤਾਨ ਦੇ ਵਿੱਚ, ਉਹ ਸ਼ਾਇਦ ਇਹਦੀ ਕਦਰੋ ਕੀਮਤ ਨਹੀਂ ਜਾਣਦੇ। ਮੈਂ ਤੁਹਾਨੂੰ ਕੁਝ ਐਸੇ ਲੋਕਾਂ ਨਾਲ ਮਿਲਾਣਾ ਚਾਹਨਾ ਜਿਨ੍ਹਾਂ ਨੇ ਇਸ ਆਜ਼ਾਦੀ ਨੂੰ ਹਾਸਲ ਕਰਨ ਵਾਸਤੇ ਆਪਣਾ ਸਭ ਕੁਝ ਖੋ ਦਿੱਤਾ ਹੈ। ਆਪਣਾ ਮਾਲ, ਆਪਣੇ ਰਿਸ਼ਤੇਦਾਰ, ਆਪਣੀ ਜ਼ਮੀਨ ਜਾਇਦਾਦ, ਹਰ ਚੀਜ਼ ਉਹਨਾਂ ਨੇ ਖੋ ਦਿੱਤੀ ਹੈ। ਮੈਂ ਤੁਹਾਨੂੰ ਜਿਨ੍ਹਾਂ ਲੋਕਾਂ ਨਾਲ ਮਿਲਾਣਾ ਚਾਹਨਾ, ਇਹ ਸਾਡੇ ਇਸ ਮੁਲਕ ਦਾ ਵਿਰਸਾ ਨੇ। ਇਹਨਾਂ ਲੋਕਾਂ ਨੇ ਜਿਹੜਾ ਕੁਝ ਖੋਇਆ ਹੈ, ਇੱਥੇ ਆ ਕੇ ਉਹ ਕੁਝ ਪਾਇਆ ਨਹੀਂ। ਮੇਰੀ ਮੁਰਾਦ ਇਹ ਬਜ਼ੁਰਗ ਹਸਤੀਆਂ ਨੇ ਜਿਹੜੀਆਂ ਪਾਕਿਸਤਾਨ ਬਣਨ ਵੇਲੇ ਜਵਾਨ ਸਨ, ਯੰਗ ਸਨ, ਤੇ ਉਹਨਾਂ ਨੇ ਪਾਕਿਸਤਾਨ ਨੂੰ ਬਣਾਉਣ ਵਾਸਤੇ ਬੜਾ ਅਹਿਮ ਰੋਲ ਅਦਾ ਕੀਤਾ। ਇਹ ਦੋ ਬਜ਼ੁਰਗ ਜਿਹੜੇ ਨੇ, ਇਹ ਦੀਨਾਨਾਥ ਦੀ ਧਰਤੀ ਤੇ ਇਸ ਵਾਰੀ ਦੀਨਾਨਾਥ ਚੱਕ ਨੰਬਰ 66 ਉਹਦੀ ਧਰਤੀ ਤੇ ਵਸਦੇ ਪਏ ਨੇ। ਇੱਕ ਤਾਂ ਨਾਂ ਹਾਜੀ ਨੂਰ ਅਹਿਮਦ ਸਾਹਿਬ ਹੈ ਤੇ ਦੂਸਰੇ ਬਜ਼ੁਰਗ ਜਿਹੜੇ ਨੇ ਉਹਨਾਂ ਦੇ ਰਿਲੇਟਿਵ ਨੇ, ਦੋਨੋਂ ਭਾਈ ਨੇ। ਇੱਕ ਦੂਸਰੇ ਦਾ ਨਾਂ ਅਬਦੁਰ ਰਹਿਮਾਨ ਹੈ। ਇਹਨਾਂ ਨੇ ਪਾਕਿਸਤਾਨ ਬਣਨ ਵੇਲੇ ਫਿਰੋਜ਼ਪੁਰ ਤੋਂ ਹਿਜਰਤ ਕਰਕੇ ਤੇ ਜ਼ਿਲ੍ਹਾ ਕਸੂਰ ਦੇ ਵਿੱਚ ਇਹ ਆਏ। ਆਪਣੇ ਰਿਸ਼ਤੇਦਾਰਾਂ ਦੇ ਹਮਰਾਹ, ਉਦੋਂ ਇਹ ਯੰਗ ਸਨ, ਜਵਾਨੀ ਦੀ ਉਮਰ ਵਿੱਚ ਸਨ, ਤੇ ਇੱਥੇ ਤਸ਼ਰੀਫ ਲੈ ਕੇ ਆਏ ਤੇ ਇਹਨਾਂ ਨੇ ਆ ਕੇ ਇਹਨਾਂ ਪਿੰਡਾਂ ਨੂੰ ਵੀ ਆਬਾਦ ਕੀਤਾ। ਤੇ ਇਹਨਾਂ ਪਿੰਡਾਂ ਦੇ ਵਿੱਚ ਇਹਨਾਂ ਤੇ ਜੋ ਗੁਜ਼ਰੀਆਂ ਉਹ ਅਸੀਂ ਇਹਨਾਂ ਦੀ ਜ਼ੁਬਾਨੀ ਸੁਣਨੇ। ਨਾਜ਼ਰੀਨ, ਅਸੀਂ ਹੁਣ ਤੁਹਾਨੂੰ ਬਿਲਾ ਤਖੀਰ ਮਿਲਵਾਨੇ ਆ ਹਾਜੀ ਨੂਰ ਅਹਿਮਦ ਸਾਹਿਬ ਨਾਲ, ਜਿਹੜੇ ਕਿ ਸਾਡੇ ਕੋਲ ਅਸਾਸਾ ਨੇ। ਪਾਕਿਸਤਾਨ ਤੇ ਹਿੰਦੁਸਤਾਨ ਦੀ ਜਦੋਂ ਵੰਡ ਹੋਈ ਹੈ, ਉਸ ਤੋਂ ਪਹਿਲੇ ਮਾਸ਼ਾਅੱਲਾ ਇਹ ਬਾਲਗ ਸਨ, 17-18 ਸਾਲ ਦੀ ਉਮਰ ਸੀ। ਇਹਨਾਂ ਨੇ ਉਹ ਪੂਰੇ ਹਾਲਾਤ, ਪੂਰੇ ਵਾਕਿਆਤ ਵੇਖੇ ਹੋਏ ਨੇ। ਇਹਨਾਂ ਨੇ ਵੇਖਿਆ ਕਿ ਉਸ ਵੰਡ ਦੇ ਵਿੱਚ ਅਸੀਂ ਕੀ ਖੋਇਆ, ਅਸੀਂ ਹੁਣ ਕੀ ਪਾਇਆ। ਇਹ ਸਾਰੀਆਂ ਗੱਲਾਂ ਅਸੀਂ ਸਾਂਝੀਆਂ ਕਰਨੇ ਆ, ਸਾਰੀਆਂ ਗੱਲਾਂ ਉਹਨਾਂ ਕੋਲੋਂ ਪੁੱਛਨੇ ਆ, ਤੇ ਨਾਲੇ ਤੁਸੀਂ ਉਹ ਗੱਲਾਂ ਸੁਣੋ ਜਿਹੜੀਆਂ ਉਹ ਕਰ ਰਹੇ ਨੇ, ਤੇ ਨਾਲੇ ਉਹਨਾਂ ਯਾਦਾਂ ਨੂੰ ਤਾਜ਼ਾ ਕੀਤਾ ਜਾਵੇ। ਚੌਧਰੀ ਨੂਰ ਅਹਿਮਦ ਸ਼ਾਹ ਸਾਹਿਬ, ਸਾਡੇ ਗਾਉਂ ਦੇ ਆਈ ਸਾਹਿਬ, अस्सलाम वालेकुम। वालेकुम सलाम। ਕੀ ਹਾਲ ਚਾਲ ਨੇ? ਠੀਕ ਠਾਕ ਹੋ? ਤਬੀਅਤ ਸੇ ਠੀਕ ਹੈ? ਬਿਲਕੁਲ ਸਹੀ ਹੈ ਜੀ। ਅੱਛਾ ਆਈ ਸਾਹਿਬ, ਮੈਂ ਤੁਹਾਡੇ ਕੋਲੇ ਪੁੱਛਣਾ ਚਾਹਾਂਗਾ ਕਿ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੋਈ ਹੈ, ਤੁਹਾਡੀ ਉਦੋਂ ਕਿੰਨੀ ਉਮਰ ਸੀ? 17 ਸਾਲ। 17 ਸਾਲ ਉਮਰ ਸੀ। ਉਸ ਤੋਂ ਪਹਿਲੇ ਤੁਸੀਂ ਜਦੋਂ ਉਧਰ ਸਾਜੇ, ਪਾਕਿਸਤਾਨ ਬਣਨ ਤੋਂ ਪਹਿਲੇ, ਹਾਂਜੀ ਉਦੋਂ ਆਈ ਸਾਹਿਬ ਇਸ ਸਾਈਡ ਤੇ ਹੋਵੋ, ਇਸ ਸਾਈਡ ਤੇ, ਇਸ ਕੈਮਰੇ ਵਾਲੇ ਤੁਸੀਂ ਥੋੜਾ ਉੱਚੀ ਬੋਲਣਾ ਕਿਹਾ ਉਹ ਸਾਈਡ ਹੋਵੇ ਹਾਂ ਠੀਕ ਹੈ, ਸਹੀ ਨਜ਼ਰ ਆ ਰਹੇ ਨੇ। ਹਾਂ, ਸਾਰੀ ਆ ਤਸਵੀਰ ਸਹੀ ਆਵੇ ਨਾ। ਹਾਂਜੀ ਆਈ ਸਾਹਿਬ, ਜਦੋਂ ਤੁਸੀਂ ਉਧਰ ਸਾਜੇ ਤੇ ਜਦੋਂ ਤੁਸੀਂ ਉਧਰ ਸਾਜੇ, ਉਦੋਂ ਉਧਰ ਦੇ ਹਾਲਾਤ ਦੇ ਬਾਰੇ ਵੀ ਸਾਨੂੰ ਕੁਝ ਦੱਸੋ, ਤਾਂ ਕਿ ਸਾਨੂੰ ਵੀ ਪਤਾ ਲੱਗੇ ਕਿ ਤੁਸੀਂ ਉਧਰ ਕਿਸ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰਦੇ ਸਨ। ਜ਼ਿੰਦਗੀ ਜਦੋਂ ਉੱਥੇ ਬੈਠੇ ਸਨ, ਰਾਤ ਤੇ ਮੁਸਲਮਾਨ ਤੇ ਹਿੰਦੂ, ਹਾਂਜੀ, ਉਸ ਵਕਤ ਵੀ ਇਹ ਸੀ ਜਿਵੇਂ ਇਸ ਵਕਤ ਆਪਾਂ ਇੱਥੇ ਬੈਠੇ। ਉਦੋਂ ਹਾਲਾਤ ਇਹਨੇ ਰਾਤ ਤੇ ਮਿਲ ਕੇ ਹੀ ਰਹਿੰਦੇ ਸਨ। ਅੱਛਾ, ਬਹੁਤ ਹਾਂਜੀ, ਕਿ ਉਦੋਂ ਐਡਾ ਇਹ ਨਹੀਂ ਸੀ ਮਸਲਾ, ਇੱਕ ਸਲਾਮ ਦਾ ਹੀ ਸੀ। ਬਾਕੀ ਜਿਵੇਂ ਆਪਾਂ ਇੱਥੇ ਬੈਠੇ ਉੱਥੇ ਵੀ ਇਹਨੇ ਪੈਂਦੇ ਸਨ। ਅੱਛਾ, ਉਦੋਂ ਬਾਅਦ ਤੋਂ ਪਾਕਿਸਤਾਨ ਬਣ ਗਿਆ, ਸਾਨੂੰ ਆਉਣਾ ਪਿਆ ਇੱਧਰ। ਵੇਖੇ ਨੇ ਜਿਹੜੀਆਂ ਅਸੀਂ ਸੁਣਨੇ ਆ ਸਟੋਰੀਆਂ ਕਿ ਉਧਰ ਜਦੋਂ ਲੋਕ ਉਧਰੋਂ ਇੱਧਰ ਆਏ ਨੇ, ਲੋਕਾਂ ਨੇ ਆ ਕੇ ਬੜਾ ਮਤਲਬ ਸਫ਼ਰ, ਬੜਾ ਮੁਸ਼ਕਲ ਸਫ਼ਰ ਗੁਜ਼ਾਰਿਆ ਲੋਕਾਂ ਨੇ ਉਦੋਂ ਵੇਖਿਆ, ਕਤਲੋ ਗਾਰਤ ਵੇਖੀਏ, ਲੋਕਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਨੇ, ਲੋਕਾਂ ਨੇ ਆਪਣਾ ਮਾਲ ਉਧਰ ਛੱਡਿਆ। ਇਹ ਸਾਰੀਆਂ ਗੱਲਾਂ ਅਸੀਂ ਸੁਣਦੇ ਆ ਨੇ। ਅੱਜ ਅਸੀਂ ਤੁਹਾਡੇ ਕੋਲੋਂ ਲਾਈਵ ਇਹ ਸੁਣਨਾ ਚਾਹੁੰਦੇ ਹਾਂ, ਕਿਆ ਵਾਕਈ ਸਾਰਾ ਕੁਝ ਇੰਜ ਹੋਇਆ ਹੈ ਉੱਧਰ? ਸਾਰਾ ਕੁਛ ਹੋਇਆ ਹੈ। ਜੋ ਵੀ ਆ ਗੱਡੀਆਂ ਕਤਲਾਮ ਹੋਈਆਂ ਨੇ, ਸਿੱਖਾਂ ਦੀਆਂ ਵੀ ਪਾਕਿਸਤਾਨ 'ਚ। ਅੱਛਾ, ਸਾਰਾ ਕੁਛ ਹੋਇਆ। ਬਾਹਰ ਆਵੇ ਕਿ ਸਾਡੇ ਨਾਲ ਨਹੀਂ ਹੋਇਆ। ਕਿਉਂ
ਕਿ ਅਸੀਂ ਸਵੇਰ 5 ਵਜੇ ਉੱਥੋਂ ਤੁਰ ਪਏ 5 ਵਜੇ 5 ਵਜੇ ਅਸੀਂ ਤੁਰ ਪਏ। ਸਾਡਾ ਰਕਬਾ ਹੈਗਾ, ਅਸੀਂ ਨਾਲ ਬਾਗਿਆ ਪਿੰਡ ਸੀ, ਉੱਥੇ ਵੀ ਰਕਬਾ ਹੈਗਾ ਸੀ। ਕਿਹੜਾ ਪਿੰਡ ਸੀ ਬਾਬਾ ਜੀ? ਕਿਹੜਾ ਪਿੰਡ ਸੀ ਤੇ ਉਹ ਜ਼ਿਲ੍ਹਾ ਕਿਹੜਾ ਲੱਗਦਾ ਸੀ? ਜ਼ਿਲ੍ਹਾ ਫਿਰੋਜ਼ਪੁਰ। ਗੱਲ ਸੁਣੋ ਵੀ ਇਹ ਜਦੋਂ ਸਿਸਟਮ ਚੱਲਿਆ ਇਹਨਾਂ ਦੇ ਵੀ ਹੁਣ ਪਾਕਿਸਤਾਨ ਬਣਨ ਲੱਗਾ, ਪਾਕਿਸਤਾਨ ਬਣਿਆ, ਐਲਾਨੀਆਂ ਕਹਿ ਦਿੱਤਾ ਉਹਨਾਂ ਵੀ ਹੁਣ ਪਾਕਿਸਤਾਨ ਬਣਨਾ ਤੇ ਤੁਸੀਂ ਉੱਧਰ ਚਲੇ ਜਾਣਾ ਹੈ। ਹਾਂ ਤਾਂ ਉਹ ਤਾਂ ਊਂ ਤਾਂ ਅੱਗੇ 6 ਮਹੀਨੇ ਖਬਰੇ ਕਿ ਸਾਲ ਹੁੰਦਾ ਰਿਹਾ ਹੈ। ਆਪਣਾ ਕਾਇਦਿਆਂ ਨੂੰ ਸਾਰਾ ਜ਼ੋਰ ਲਾਉਂਦਾ ਰਿਹਾ ਹੈ। ਤੇ ਫਿਰ ਜਿਸ ਵੇਲੇ ਗੱਲ ਅਖੀਰ ਤੇ ਗਈ ਜਿਹੜੀ ਸਾਡੇ ਪਿੰਡ ਹੀ ਸਿੱਖ ਕੋਈ ਸੀ। ਅੱਛਾ ਅੱਛਾ, ਤੇ ਕਿਹੜਾ ਪਿੰਡ ਸੀ ਤੁਹਾਡਾ? ਸਾਡਾ ਪਿੰਡ ਸੀ ਚੰਗਾਈ, ਵੱਡੀ ਸਾਡੀ ਨਿੱਕੀ ਸਾਡੀ ਸੀ ਤੇ ਵੱਡੀ ਹਾਜੀ ਮਾਨ ਸੀ। ਅੱਛਾ ਅੱਛਾ, ਯਾਨੀ ਕਿ ਨਾਲ ਹੀ ਸਾਲ ਨਾਲ ਐਵੇਂ ਮੀਲ ਪੰਜ ਸਾਨੇ ਯਾਨੀ ਕਿ ਚੋਈ ਤਾਲਬ ਕੇ ਅੰਕ। ਹਾਂ ਤੇ ਉਹ ਸਾਰੇ ਉਹ ਚੰਗਾਈ ਦੇ ਨੇ, ਫਿਰ ਇੱਥੇ ਆ ਕੇ ਬੈਠੇ ਨੇ। ਇਹ ਕਿਹੜਾ ਜ਼ਿਲ੍ਹਾ ਕਿਹੜਾ ਆਂਦਾ? ਜ਼ਿਲ੍ਹਾ ਸਾਡਾ ਫਿਰੋਜ਼ਪੁਰ। ਫਿਰੋਜ਼ਪੁਰ। ਹਾਂ, ਤਹਿਸੀਲ ਵੀ? ਹਾਂ, ਸਾਡੇ ਪਿੰਡ ਤੋਂ 7 ਕੋਸ ਹੀ ਫਿਰੋਜ਼ਪੁਰ। ਨਹੀਂ ਤੇ ਜਦੋਂ ਪਾਕਿਸਤਾਨ ਬਣਿਆ, ਹਾਂ ਮੈਂ ਪਾਕਿਸਤਾਨ ਬਣਨ ਦਾ ਰੌਲਾ ਪੈ ਗਿਆ ਜੀ, ਪਾਕਿਸਤਾਨ ਬਣਨਾ ਹੈ, ਪਾਕਿਸਤਾਨ ਬਣਨਾ ਹੈ। ਉਸ ਤਾਰੀਖ ਦੇ ਵਿੱਚ ਤੁਸੀਂ ਵੀ ਕੋਈ ਹਿੱਸਾ ਲਿਆ ਸੀ? ਨਹੀਂ ਵੈਸੇ ਤਾਂ ਛੋਟੇ ਸੀ, ਕੀ ਹਿੱਸਾ ਲੈਣਾ। ਅੱਛਾ, ਕੀ ਵੈਸੇ ਪਤਾ ਲੱਗਦਾ ਸੀ ਵੀ ਰੌਲਾ ਪੈ ਗਿਆ ਪਾਕਿਸਤਾਨ ਬਣ ਜਾਣਾ ਹੈ ਕਿ ਨਹੀਂ ਬਣ ਜਾਣਾ? ਬੜਾ ਕੁਝ ਬਣਦਾ ਰਿਹਾ ਹੈ। ਉਹ ਨਾ ਈਦ ਪੜ੍ਹਨ ਨਹੀਂ ਦਿੱਤੀ ਸਾਨੂੰ। 5 ਭਾਦਰੋਂ ਦੀ ਉਧਰੋਂ ਆਏ। ਬਾਬਾ ਆਪਣੇ ਇਲਾਕੇ ਜਿਹੜਾ ਜ਼ਿਆਦਾ ਮਸ਼ਹੂਰ ਸੀ ਮੁਸਲਿਮ ਲੀਗ ਦਾ ਕਿਹੜਾ ਬੰਦਾ ਸੀ? ਨਵਾਬ ਮਮਦੂਦ ਸੀ ਕਿ ਹੋਰ ਸੀ? ਨਹੀਂ ਨਵਾਬ ਮਮਦੂਦ ਹੀ ਸੀ। ਪੀਰ ਆਪਣੇ ਡੱਫਰ ਵਾਲੇ ਜਿਹੜੇ ਸੀ ਉਹਨੇ ਮਗਰ ਸੀ ਤੇ ਸਾਡਾ ਗੁਲਾਮ ਨਬੀ ਕੇ। ਹਾਂ ਤੇ ਸਾਡਾ ਭਰਾ ਸੀ ਨਾ ਫਰਜ਼ੰਦ, ਉਹਨੂੰ ਸੂਫੀ ਆਂਦੇ ਸੀ। ਉਹਨੇ ਪੱਬਾਂ ਵਾਲੇ ਜੋਰ ਲਾਏ ਸੀ ਤੇ ਨਵਾਬ ਮਮਦੂਦ ਜਿਹੜਾ ਸੀ ਉਹ ਹੋ ਗਿਆ ਸੀ ਤੇ ਉਹ ਹਾਰ ਗਿਆ ਸੀ। ਬੋਦਲਾ ਸੀ ਪਿਛਾ ਬੈਕਾ, ਉਹ ਹਾਰ ਗਿਆ। ਨਵਾਬ ਮਮਦੂਦ ਜਿਹੜਾ ਸੀ 84 ਪਿੰਡ ਦਾ ਮਾਲਕ, ਰਿਆਸਤ ਦਾ ਮਾਲਕ। ਨਹੀਂ ਤੇ ਜਦੋਂ ਤੁਸੀਂ ਆਏ ਜੇ ਉਧਰੋਂ ਟੁਰੇ ਆਏ, ਮਤਲਬ ਰਾਹ 'ਚ ਤੁਹਾਨੂੰ ਕੋਈ ਪਰੇਸ਼ਾਨੀਆਂ ਨਹੀਂ ਆਉਂਦੇ ਨੇ? ਬੜੇ ਉੱਥੇ ਕਤਲੋ ਗਾਰਤ ਹੋਈ ਤੇ ਬੜਾ ਕੁਝ ਹੋਇਆ। ਪੁੱਤਰ ਸਾਹਿਬ ਕੁਝ ਵੇਖ ਕੇ ਆਏ। ਅਸੀਂ ਆ ਗਏ 11ਵੇਂ ਦਿਨ ਇੱਥੇ ਘਰ। ਅੱਛਾ, ਨਹੀਂ ਉੱਥੋਂ ਕਿਸ ਟਾਈਮ ਚੱਲੇ ਸਾਜੇ? ਉੱਥੋਂ ਅਸੀਂ ਜਿਸ ਵੇਲੇ ਨਾ ਪਹਿਲਾਂ ਸਮਾਨ ਸਮੂਹ ਰੱਖਿਆ ਅੱਛੇ ਵਾਲੇ ਜਾਣ ਸਿਆਣ 2 ਮਹੀਨਾ ਤੇ ਉੱਥੇ ਜੇ ਰੱਖਿਆ ਨਾ ਤੇ ਈਦ ਟੱਪੜੀ ਜੀ ਨਾ ਤੇ ਅੱਛੇ ਵਾਲੇ ਤੋਂ ਫਿਰ ਅਸੀਂ ਜਿਸ ਛੋਟੇ ਵੇਲੇ ਉਹਨਾਂ ਦੇ ਘਰ ਆਏ ਚੂਹਾ ਲੱਗੇਗਾ। ਅੱਛਾ ਅੱਛਾ, ਉਹ ਆ ਵੀ ਉੱਥੇ ਕੋਈ ਨਾ। ਤੇ ਹੋਰ ਅੱਛਾ ਅੱਛਾ, ਫਿਰ ਅਸੀਂ ਸਾਡੇ ਟੋਲੇ ਵਾਲਾ ਪੀਰ ਹੁੰਦਾ ਪੀਰ ਮੁਹੰਮਦ ਅਲੀ ਸ਼ਾਹ, ਉਹਦੇ ਉਹ ਉੱਥੇ ਫਿਰ ਰਾਤ ਕੱਢੀ ਸਾਰੀ ਸਾਰਿਆਂ ਪਿੰਡਾਂ ਨੇ। ਇਹ ਜਿਹੜਾ ਭਾਈ ਫਿਰੂ ਦੇ ਵਿੱਚ ਜਿਹੜਾ ਪੀਰ ਢੋਲੇ ਵਾਲਾ ਉਹਦੀ ਗੱਲ ਕਰਦੇ ਪਏ? ਪੀਰ ਮੁਹੰਮਦ ਅਲੀ ਸ਼ਾਹ। ਮੁਹੰਮਦ ਅਲੀ ਸ਼ਾਹ ਬਜ਼ੁਰਗ ਗੱਲਾਂ ਕਰਦੇ ਹੁੰਦੇ ਸਨ। ਹਾਂ ਤੇ ਫਿਰ ਅਸੀਂ ਉੱਥੋਂ ਫਿਰ ਚੱਲ ਪਏ ਵੱਡੇ ਤੁਰ ਕੇ। ਅੱਛਾ, ਤੇ ਪਹਿਲੇ ਦਿਨ ਅਸੀਂ ਹੈਡ ਲੰਘ ਗਏ। ਪਹਿਲੇ ਦਿਨ ਅੱਛਾ, ਤੇ 11ਵੇਂ ਦਿਨ ਅਸੀਂ ਇੱਥੇ ਕੋਈ ਆਏ। ਕਿੰਨਾ ਪਾਣੀ ਦੇ ਵਿੱਚੋਂ ਗੁਜ਼ਰੇ ਸਾਜੇ? ਨਹੀਂ ਹੈਡ ਗੰਡਾ ਸਿੰਘ ਬੜਾ ਮਸ਼ਹੂਰ ਹਾਂ, ਸੀ। ਅੱਛਾ ਅੱਛਾ, ਗੰਡਾ ਸਿੰਘ ਬਾਰਡਰ। ਗੰਡਾ ਸਿੰਘ ਬਾਰਡਰ ਹੈਡ ਬੜਾ ਹੈਡ ਮੌਜੂਦ ਸੀ। ਹਾਂ ਠੀਕ ਹੈ। ਤੇ ਉਹ ਨਾ ਪੁੱਤਰ ਜਿਹੜੇ ਸਾਥੋਂ ਪਿੱਛੇ ਆਏ ਨੇ ਨਹੀਂ ਨਾ, ਤੇ ਉੱਥੇ ਤੁਸੀਂ ਜੀ ਟੁਰੇ ਸਵੇਰ ਟੁਰ ਪਏ ਜਾਂ ਕਿਸ ਟਾਈਮ ਉੱਥੋਂ ਨਿਕਲੇ? ਪਿੰਡ ਉੱਥੋਂ ਅਸੀਂ ਫਿਰ ਵੱਡੇ ਇਸ ਵਕਤੇ ਨਹੀਂ ਇੰਨਾ ਕਿ ਟੁਰ ਪਏ ਵਾਵਾ 5 ਹੈਡ ਤੇ ਨੱਕਾਂ ਦੀਆਂ ਸਵੇਰ ਤਕਰੀਬਨ 5 ਵਜੇ ਨਿਕਲ ਪਏ। ਸਵੇਰ ਨਿਕਲ ਆਏ ਉੱਥੋਂ? ਸੁਬਾਹ ਮੈਂ ਨਾ ਹੈਡ ਤਾਂ ਆਉਣ ਦਾ ਨਾਂ ਨਹੀਂ ਸੀ ਲੈਂਦਾ, ਕੀ ਕਰੀਏ ਫਿਰ ਉੱਧਰ ਬੰਦਾ ਟੋਟਰ ਖਾ ਵੀ ਜਾਂਦਾ ਤੇ। ਇੰਨਾ ਸਫਰ, ਸਹੀ ਗੱਲ। ਪਹਿਲੀ ਰਾਤ ਨੂੰ ਲੰਘ ਗਏ। ਜਿਹੜਾ ਸਾਡੇ ਪਿੰਡ ਸਨ ਨੇੜੇ ਸੀ, ਜਿਹੜੇ ਫਿਰ ਦੂਰ ਸੀ ਨਾ ਕੁਛ, ਉਹਨਾਂ ਦਾ ਨੁਕਸਾਨ ਵੀ ਬੜਾ ਹੋਇਆ ਹੈ। ਘਰਾਂ ਦੇ ਘਰ ਉਹਨਾਂ ਖਤਮ ਕਰ ਦਿੱਤੇ। ਇਹ ਕਿੰਨਾ ਸਿੱਖਾਂ ਨੇ? ਸਿੱਖਾਂ ਨੇ ਇੱਧਰ ਮੁਹੰਮਦ ਹੁਸੈਨ ਸੀ ਨਾ ਗੰਜਾ, ਸਰਦਾਰ ਇੱਧਰ ਇਹਨੇ ਕੰਮ ਸ਼ੁਰੂ ਕਰ ਦਿੱਤਾ ਸੀ। ਅੱਜ ਦੇ ਕੰਗਣਪੁਰੋਂ ਮੁੜ ਕੇ ਗਏ ਨਾ ਤਾਂ ਸਿੱਖ ਪਾਏ ਸੀ ਮਾਰ, ਬੁਰੇ ਹਾਲ, ਬੈਂਕੇ ਦਿਹਾੜੇ ਵਾਹਣਾ ਦੇ ਵਿੱਚ। ਉਧਰੋਂ ਫਿਰ ਉਹਨਾਂ ਕੰਮ ਸ਼ੁਰੂ ਕਰ। ਤਹਿਸੀਲ ਵੀ ਫਿਰੋਜ਼ਪੁਰ। ਅੱਛਾ, ਪਿੰਡ ਕਿਹੜਾ ਸੀ? ਪਿੰਡ ਚੰਗਾਈ। ਸੰਗਾਲੀ। ਹਾਂਜੀ, ਪਿੰਡ ਚੰਗਾਈ ਸੀ। ਅੱਛਾ, ਉੱਥੋਂ ਅਸੀਂ ਬਾਇਆ ਦੇ ਡੰਗਰ ਲੈ ਲੈਣ। ਮਾਲ ਡੰਗਰੀ ਹੋਰ ਉੱਥੇ ਕੀ ਚੁੱਕਣਾ ਸੀ। ਉੱਥੇ ਅਸੀਂ ਰਾਤ ਆ ਗਏ ਬਾਗਿਆ। ਉੱਥੇ ਮੁੜ ਇਕੱਠੇ ਹੋ ਗਏ ਸਾਰੇ ਬਾਗਿਓ। ਅਸੀਂ ਟੁਰਮਾ ਤੇ ਰਾਤ ਗੰਡਾ ਸਿੰਘ ਆਇਆ ਇੱਥੇ ਆ ਗਏ। ਰਾਤ ਅਸੀਂ ਐਡ ਕਰਾਸ ਕਰ ਲਿਆ। ਅੱਛਾ, ਰਾਹ ਸਾਨੂੰ ਇੱਕ ਜਗ੍ਹਾ ਤੇ ਅਕਾਲੀ ਜੇ ਸੀ ਨਾ ਉਹ ਪਾਏ ਸੀ, ਬਲਕਿ ਉਹ ਸਾਡੇ ਨੇੜੇ ਨਹੀਂ ਆਏ। ਉਹਨਾਂ ਕੋਸ਼ਿਸ਼ ਕੀਤੀ ਏ ਤੇ ਬਲਕਿ ਸਾਡੇ ਨੇੜੇ ਨਹੀਂ ਆਏ।
ਅੱਛਾ, ਅਸੀਂ ਪਾਕਿਸਤਾਨ ਆ ਗਏ। ਸਹੀ ਹੋ ਗਿਆ। ਜਿਸ ਲਈ ਤੁਸੀਂ ਪਾਕਿਸਤਾਨ ਆਏ, ਕਿੰਨੀ ਉਧਰ ਤੁਹਾਡੇ ਕੋਲ ਕਿੰਨੀ ਜ਼ਮੀਨ ਸੀ, ਕਿੰਨਾ ਰਿਜ਼ਕ ਸੀ ਜਿਹੜਾ ਤੁਸੀਂ ਉਧਰ ਛੱਡ ਕੇ ਆਏ ਸੋ? ਉਹ ਸਾਡੇ ਕੋਲ ਦਾ ਰਕਬਾ ਹੈਗਾ ਸੀ 100 ਕਿੱਲਾ 100 ਕਿੱਲਾ। ਤਿੰਨਾਂ ਭਰਾਵਾਂ ਕੋਲ। ਕਿੰਨਾ ਭਰਾ? ਇੱਕ ਮੇਰਾ ਬਾਪ, ਇੱਕ ਮੇਰਾ ਤਾਇਆ, ਇੱਕ ਮੇਰਾ ਚਾਚਾ। ਨਾਮ ਤਾਂ ਦੱਸੋ। ਰਮਜ਼ਾਨ, ਮੁਹੰਮਦ ਰਮਜ਼ਾਨ। ਮੁਹੰਮਦ ਰਮਜ਼ਾਨ। ਹਾਂਜੀ। ਅੱਛਾ, ਤੇ ਤੁਸੀਂ ਸਾਰੇ ਮਤਲਬ ਤੁਹਾਡਾ ਚਾਚਾ, ਤੁਹਾਡਾ ਤਾਇਆ, ਤੁਸੀਂ ਸਾਰੇ ਇੱਥੇ ਹੀ ਆ ਗਏ ਕਿ ਉਹ ਕਿਤੇ ਹੋਰ ਦੇ ਚਲੇ ਗਏ? ਤੁਸੀਂ ਇੱਥੇ ਇਕੱਠੇ ਇਕੱਠੇ ਆ ਗਏ, ਸਾਰੇ ਇੱਥੇ ਆ ਗਏ। ਅੱਛਾ। ਇਹਦਾ ਨਾਂ ਸੀ ਸਰਮਨ ਹਾਂ ਹਾਂ। ਤੇ ਚਾਚੇ ਦਾ ਨਾਂ ਸੀ ਸਬਾਨਦੀਨ। ਸਬਾਨ। ਮੇਰੇ ਬਾਪ ਦਾ ਨਾਂ ਸੀ ਰਮਜ਼ਾਨ। ਰਮਜ਼ਾਨ। ਠੀਕ ਹੋ ਗਿਆ। ਤੇ ਇੱਧਰ ਆ ਕੇ ਤੁਹਾਨੂੰ ਕਿੰਨੀ ਜ਼ਮੀਨ ਅਲਾਟ ਹੋਈ ਫਿਰ? ਸਾਨੂੰ ਜ਼ਮੀਨ ਜਿਹੜੀ ਸੀ ਨਾ, ਸਾਨੂੰ ਪਹਿਲੇ ਦਾ ਮੇਰੇ ਕਿੱਲੇ। ਅੱਛਾ। ਕਿਸੇ ਨੂੰ 2 ਮਿਲ ਗਿਆ, ਕਿਸੇ 3 ਮਿਲ ਗਿਆ, ਕਿ ਸਾਡਾ ਰਿਕਾਰਡ ਉੱਧਰ ਸੀ। ਅੱਛਾ। ਸਿੱਖਾਂ ਦਾ ਰਿਕਾਰਡ ਇੱਧਰ ਸੀ। ਜਦੋਂ ਕਿ ਚੀਜ਼ ਸਾਹਮਣੇ ਆਵੇ ਤਾਂ ਫਿਰ ਪਤਾ ਲੱਗਣਾ ਸੀ। ਫਿਰ ਇਹ ਰਿਕਾਰਡ ਆਇਆ, ਸਾਡਾ ਉਧਰ ਗਿਆ, ਇਹਨਾਂ ਦਾ ਉਧਰ ਗਿਆ, ਸਾਡਾ ਉਧਰੋਂ ਆਇਆ। ਫਿਰ ਇਹਨਾਂ ਸਾਨੂੰ ਰਕਬੇ ਦਿੱਤੇ ਨੇ। ਫਿਰ ਇਹ ਨਹੀਂ, ਜਿੰਨਾ ਰਕਬਾ ਸਾਡਾ ਪਿੱਛੇ ਸੀ ਉਹਨਾਂ ਰਕਬਾ ਨਹੀਂ ਮਿਲਿਆ, ਕਿ ਸਿੱਖਾਂ ਨੂੰ ਵੀ ਉਧਰ ਘੱਟ ਦਿੱਤਾ। ਉਧਰ ਕੱਢ ਦਿੱਤਾ। ਹਾਂਜੀ। ਅੱਛਾ, ਇੰਜ ਦਾ ਬਣਦਾ ਬੰਦਾ ਉਹ ਪੂਰੀ ਨਹੀਂ ਬਣਦਾ, ਉਹ ਆਂਦਾ ਵੀ ਕੋਈ ਸ਼ਾਇਦ ਵਧੇ। ਬਿਲਕੁਲ ਗੱਲ ਸਹੀ। ਬਿਲਕੁਲ। ਅੱਛਾ ਆਈ ਸਾਹਿਬ, ਤੁਸੀਂ ਮੈਨੂੰ ਇਹ ਦੱਸੋ ਕਿ ਉਧਰ ਦੇ ਹਾਲਾਤ ਤੇ ਇੱਧਰ ਦੇ ਹਾਲਾਤ ਤੇ ਤੁਹਾਨੂੰ ਕੋਈ ਫਰਕ ਨਜ਼ਰ ਆਇਆ ਹੈ ਕਿ ਤੁਸੀਂ ਇੱਧਰ ਆ ਕੇ ਆਜ਼ਾਦ, ਕਿਆ ਵਾਕਈ ਆਜ਼ਾਦ ਹੋਏ ਹੋ? ਆਜ਼ਾਦ, ਸਲਾਮ ਪਾਸੋਂ ਆਜ਼ਾਦ ਹੋ ਗਏ ਨਾ ਕਿ ਉਧਰ ਕੋਈ ਰੁਕਾਵਟ ਹੈਗੀ ਸੀ ਤੁਹਾਨੂੰ ਇਸਲਾਮ ਦੀ? ਉਦੋਂ ਕੋਈ ਰੁਕਾਵਟ ਨਹੀਂ ਸੀ। ਉਸ ਵਕਤ ਤੇ ਕੋਈ ਰੁਕਾਵਟ ਨਹੀਂ ਸੀ ਹੁੰਦੀ। ਜਿਵੇਂ ਆਪਾਂ ਹੁਣ ਇੱਥੇ ਜੋ ਸਾਨੂੰ ਤਕਲੀਫ ਆਈ ਹੈ ਪਾਕਿਸਤਾਨ 'ਚ, ਉਹ ਸਾਨੂੰ ਪਤਾ। ਬਾਅਦ ਤੋਂ ਜਿਸੇ ਆਪਾਂ ਰਾਤ ਮਿਲ ਗਏ ਹਾਂ, ਉਦੋਂ ਦੁਆ ਸਲਾਮ ਹੋ ਗਈ ਹੈ, ਇੱਕ ਦੂਜੇ ਬਹਿਣ ਖੋਵਣ ਲੱਗ ਪਏ ਹਾਂ, ਫਿਰ ਹੁਣ ਕੋਈ ਆਪਣਾ ਫਰਕ ਨਹੀਂ ਹੈ। ਠੀਕ ਹੋ ਗਿਆ। ਪਹਿਲੀ ਰਾਤ ਬਾਬਾ ਕਿੱਥੇ ਰਹੇ? ਹੈ ਪਹਿਲੀ ਰਾਤ ਫਿਰ ਤੁਸੀਂ ਕਿੱਥੇ ਰਹੇ ਆ ਕੇ? ਪਹਿਲੀ ਰਾਤ ਪੁੱਤਰ ਹੈਡ ਤੇ ਰਹੇ ਤੇ ਬਾਰਿਸ਼ ਨੇ ਆਖਿਆ ਮੈਂ ਅੱਜ ਹੀ ਆ ਫੇਰ। ਓਏ ਹੋਏ ਹੋਏ। ਅੱਛਾ, ਤੁਸੀਂ ਤੁਹਾਡਾ ਕਿੰਨਾ ਗਰੁੱਪ ਸੀ? ਕਿੰਨੇ ਲੋਕ ਸਾਜੇ ਤੁਸੀਂ ਅਸੀਂ ਇਕੱਠੇ ਟੁਰੇ ਜਦੋਂ? ਅਸੀਂ ਜਿਹੜਾ ਸਾਡਾ ਪੂਰਾ ਪਿੰਡ ਸਾਜੇ ਜਾਂ ਕਿ ਗਰੁੱਪਾਂ ਦੇ ਵਿੱਚ ਨਿਕਲੇ? ਨਹੀਂ ਗੁਰੂ ਪੱਲਾ ਜਾਣੇ, ਉਹ ਰੱਬ ਮੌਕਾ ਹੀ ਨਾ ਕਿਸੇ ਨੂੰ ਕਹੇ। ਅੱਲਾ, 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 ਬੇਸ਼ੱਕ। ਮੈਂ ਪੁੱਤਰ ਤੌਬਾ ਯਾ ਅੱਲਾ। ਤੇ ਉੱਥੇ ਬੋਰੀਆਂ ਦੇ ਮਣੇ ਮੇਰੇ ਬਾਬੇ ਦੀ ਨਿਗਾਹ ਕੋ ਨਹੀਂ ਸੀ, ਉਹਨੂੰ ਮੈਂ ਫੜ ਕੇ ਲੈ ਕੇ ਲੰਘ ਕੇ ਆਇਆ ਤੇ ਬੋਰੀਆਂ ਦੇ ਮਣੇ ਸਾਰੀ ਰਾਤ ਮੀਂਹ ਨੇ ਫਿਰ ਬੁਰੇ ਹਾਲ ਕਰ ਛੱਡੇ। ਜਿਸ ਵੇਲੇ ਉੱਥੇ ਦਿਨ ਚੜਿਆ, ਸਾਡੀ ਉਹਦਾ ਪੁੱਤਰਾ ਸੀ, ਉੱਥੇ ਸਾਡੇ ਰਿਸ਼ਤੇਦਾਰ ਸੀ, ਉਹਨਾਂ ਨੂੰ ਲੱਗਾ ਪਤਾ ਵੱਡੇ ਘੋੜੀਆਂ ਲੈ ਕੇ ਗਏ ਤਾਏ ਚੌਧਰੀ ਕੋਲੇ, ਘੋੜੀ ਅੱਗੇ ਹੈਗੀ ਸੀ ਕੋਲੇ। ਮੇਰੇ ਬਾਬੇ ਨੇ ਬਹਾ ਕੇ ਲੈ ਆਏ। ਪੁੱਤਰਾ ਪਿੰਡ ਸੀ 2 ਰਾਤਾਂ ਫਿਰ ਉੱਥੇ। ਅੱਛਾ। ਉੱਥੇ ਫਿਰ 2 ਰਾਤਾਂ ਰਹਿ ਕੇ ਨਾ ਫਿਰ ਅਸੀਂ ਸਾਡੀ ਸੂਹ ਧਿਆਨ ਹੈਗੀ ਸੀ ਕਿ ਅਸੀਂ ਜਿੱਥੇ ਉੱਥੇ ਆਏ, ਮੇਰੇ ਪਿਓ ਦੀਆਂ ਭਣੀਆਂ ਸੀ ਉੱਧਰ ਦੀ, ਇੱਥੇ ਪੂਛ ਕੇ ਪਿੰਡ। ਅੱਛਾ। ਪੁੱਛ ਕੇ ਉੱਥੇ ਪੂਛ ਕੇ ਜੇ ਉੱਥੇ ਜਿੱਥੇ ਆਏ ਨਾ, ਤੇ ਮੈਂ ਛੋਟਾ ਜਿਹਾ ਸਾਂ, ਉਹ ਆਪ ਘਰ ਨਹੀਂ ਸੀ ਹੈਗਾ ਫਜਲ, ਤੇ ਮੈਨੂੰ ਆਂਦੇ ਬਾਹਰ ਲੈ ਜਾ। ਬਾਹਰ ਪੱਟਾ ਸੀ, ਉਹ ਵੀ ਸਾਡਾ ਰਿਸ਼ਤੇ, ਉਹਦਾ ਫੁੱਫੜ ਸੀ, ਤੇ ਮੈਂ ਲੈ ਕੇ ਗਿਆ। ਨਿੱਕਾ ਜਿਹਾ ਸਾਂ, ਕਿੰਨੀ ਇੰਨੀ ਉਮਰ ਸੀ ਬਸ। ਤੇ ਮਾੜੇ ਜਿਹੇ ਦਿਨ ਮੈਂ ਉੱਥੇ ਲੈ ਕੇ ਗਿਆ, ਡਾਚੀ, ਤੇ ਮੈਂ ਬੂਹੇ ਜਾ ਖਲੋਤਾ ਨਾ, ਖੂਹ ਹਵਾ ਦੂਰ ਸੀ, ਤੇ ਉਹਨੇ ਆਖਿਆ ਕਿੱਧਰ ਰਿਹਾ? ਮੈਂ ਕਿਹਾ ਉਹਨਾਂ ਘਰੋਂ ਆਖਿਆ ਉੱਥੇ ਖੂਹ 'ਚ ਲੈ ਜਾ। ਉਹਨਾਂ ਆਖਿਆ ਲੈ ਜਾ, ਇੱਥੇ ਤਾਂ ਉੱਥੇ ਖਰਾਬ ਕਰੇਗਾ। ਸ਼ਾਮ ਨੂੰ ਮੈਂ ਲੈ ਕੇ ਤੇ ਪਿਛਾਂ ਆ ਗਿਆ, ਤੇ ਜਿਹੜਾ ਸਾਡਾ ਪਿਓ ਰਣਾ ਆਪਣਾ ਮੇਰਾ ਸਾਈਂ ਸੀ ਨਾ, ਉਹ ਕਿਤੇ ਰਾਤ ਆਇਆ ਧੱਕੇ ਖਾ ਖੂ ਕੇ ਉੱਥੋਂ ਨਿਆਈ ਕਿ ਉਹਨੇ ਪੋਰਾ ਇੱਥੇ ਛੱਤੀ, ਉਹਨੇ ਕੀ ਖਾਣਾ। ਉੱਥੇ ਫਿਰ ਪੁੱਤਰ ਅਸੀਂ ਇੱਕ ਰਾਤ ਰਹਿ ਕੇ 2 ਰਾਤਾਂ ਕਸੂਰ ਰਹੀਆਂ। ਅੱਲਾ ਮਾਫੀ ਦੇਵੇ, ਕਸੂਰ ਜਿੱਥੇ ਰਹੇ ਨਾ, ਅੱਲਾ ਪਾਕ ਖੈਰ, ਅੱਲਾ ਪਾਕ ਖੈਰ। ਤੇ ਪੁੱਤਰ ਫਿਰ ਕੋਈ ਖਲਕਲ ਜਿਹੜੀ ਸੀ ਭੁੱਖ ਤੇ ਬੁਰੇ ਹਾਲ, ਤੇ ਫਿਰ ਐਜਾ ਸ਼ੁਰੂ ਹੋ ਗਿਆ। ਅੱਛਾ। ਉੱਥੋਂ 2 ਰਾਤਾਂ ਅਸੀਂ ਰਹਿ ਕੇ ਨਾ, ਬਸ ਉਹ ਪਾਣੀ ਪੂਣੀ ਦਾ ਮਸਲਾ ਬਣਿਆ। ਪੁੱਤਰ ਖਲਕਤ ਹੀ ਨਹੀਂ, ਕਿਸੇ ਨੂੰ ਖਾਣ ਨੂੰ ਲੱਭੇ ਨਹੀਂ। ਤੇ ਉੱਥੋਂ ਫਿਰ ਬੈਠੇ ਅਸੀਂ ਗੱਡੀ 'ਤੇ, ਫਿਰ ਕੰਗਣਪੁਰ ਜਾ ਕੇ ਗੱਡੀ ਦੇ ਉੱਤੇ ਬਹਿ ਕੇ ਜਾਏ ਕੇ ਖਲਕਤ। ਉੱਥੇ ਰਾਤ ਕੰਗਣਪੁਰ ਰਹੇ ਹਾਂ। ਜਿਹੜਾ ਕੁਛ ਹੋਇਆ ਚੰਗਾ ਮਾੜਾ, ਉੱਥੋਂ ਫਿਰ ਅਸੀਂ ਅਗਲੇ ਦਿਨ ਚੱਲ ਪਏ। ਫਿਰ ਅਗਰ ਸ਼ਾਮ ਕੋਲ ਸੀ ਤੇ ਉੱਥੇ ਸਿੱਖਾਂ ਦੇ ਢੇਰ ਲੱਗੇ ਪਏ ਸੀ। ਅੱਲਾ ਮੌਕਾ ਨਾ ਜਾਵੇ, ਅੱਲਾ ਮਾਫ, ਤੌਬਾ ਤੌਬਾ ਯਾ ਅੱਲਾ।
ਤੇ ਉੱਥੋਂ ਪੁੱਤਰ ਮੌਕਾ ਐਸਾ ਸੀ, ਸਾਡਾ ਚਾਚਾ ਸੀ ਉਮਰਾ, ਉਹਦੇ ਘਰ ਬੱਚੀ ਪੈਦਾ ਹੋਈ ਸੀ ਉਸ ਪਿੰਡ ਤੋਂ, ਤੇ 9-7 ਉੱਥੇ ਰਹੇ ਪਈਆਂ ਤੇ ਅਸੀਂ ਅਗਲੇ ਪਿੰਡ ਸਾਡੇ ਮਗਰ ਆ ਗਈ ਸੀ ਲੈ ਕੇ ਆ, ਹੁਣ ਬੱਚੀ ਉਸਨੇ ਇੱਥੇ ਵਿਆਹ ਕੀਤਾ। ਅੱਛਾ। ਕੋਈ ਜਾਨਵਰ ਨਹੀਂ ਨਾਲ ਲੈ ਕੇ ਆਏ ਸੀ? ਲੈ ਕੇ ਆਏ ਆ। ਅੱਛਾ, ਮਿਸਾਲ ਦੇ ਤੌਰ ਤੇ ਕੁਝ ਉੱਥੇ ਛੱਡ ਦਿੱਤੇ? ਨਹੀਂ, ਕੋਈ ਜਿਹੜੇ ਹੱਥੀਂ ਆਏ ਨੇ ਲੈ ਲਿਆ। ਸਾਡੀ ਹਾਂ। ਇੱਕ ਡਾਚੀ ਸੀ ਹੂੰ ਤੇ 2 ਮਹੀਂ ਸੀ, ਇੱਕ ਗਾਂ ਸੀ ਤੇ 4 ਬਲਦ ਸੀ। ਸਾਡੀ ਇੱਕ ਗਾਂ ਤੇ ਮੈਂ ਤੇ ਰੁਲ ਗਈ, ਉਹ ਨਹੀਂ ਟੱਕਰੀ। 4 ਬਲਦ ਤੇ ਇੱਕ ਡਾਚੀ ਤੇ ਇੱਕ ਮੈਂ ਅਸੀਂ ਲੈ ਕੇ ਆ ਗਏ। ਅੱਛਾ ਅੱਛਾ, ਹਾਂ। ਮੱਝ। ਹਾਂ, ਹੂੰ ਤੇ ਉਹ ਫਿਰ ਇੱਥੇ ਆਉਂਦਿਆਂ ਨੂੰ ਫਿਰ ਆਗਦੇ ਘਰ 'ਚ ਲੌੜੇ ਆਏ ਤੇ 11ਵੇਂ ਦਿਨ ਉਹਨਾਂ ਨੇ ਇੱਥੇ ਸਾਨੂੰ ਬਾਪ ਨੂੰ ਦਿੱਤਾ। ਫਿਰ ਜਿਹੜਾ ਜਿੱਥੇ ਬਹਿਣਾ ਉੱਥੇ ਆਦਾ ਕੋਈ ਲੰਗਰ ਪਾਣੀ ਬਣਾ ਲੈਣਾ। ਉਹ ਤਾਂ ਫਿਰ ਪੁੱਤਰ ਐਵੇਂ ਗੁਜ਼ਾਰਾ ਮਜ਼ਾਰਾ। ਗੁਜ਼ਾਰਾ ਮਜ਼ਾਰਾ ਜੋ ਕੁਛ ਵੀ ਜਿਹੜਾ ਜਿਵੇਂ ਵੀ ਹੋਇਆ। ਹਾਂ। ਅੱਗੋਂ ਫਿਰ ਆਇਆ ਵੀ ਅਸੀਂ ਬੜੇ ਧੱਕੇ ਲਏ ਨੇ ਅੱਗੋਂ। ਹੁਣ ਨਹੀਂ, ਉੱਥੇ ਤੁਹਾਡੇ ਕੋਲ ਕਿੰਨੀ ਜ਼ਮੀਨ ਸੀ ਬਾਬਿਓ? ਉਹ ਜ਼ਮੀਨਾਂ ਦੇ ਤੂੰ ਛੱਡ, ਸਾਡੇ ਤੋਂ ਉੱਥੇ ਸਾਨੂੰ ਪੁੱਤਰ ਜਿਹੜੀ ਜ਼ਮੀਨ ਸੀ ਨਾ, ਹਾਂ। ਉਹ ਜ਼ਮੀਨ ਸਾਡੇ ਕੋਲ ਬਹੁਤ ਸੀ। ਉਹ ਸਾਡੇ ਅਸੀਂ ਜਿਹੜੇ ਸਨ ਇੱਥੇ ਬੈਠੇ ਰਹੇ, ਉਹਦੇ ਜੂਨਟ ਇੱਥੋਂ ਦੇ 72 ਤੇ ਸਾਡੇ ਵਾਲੀ ਦੇ 20-25 ਕੱਟ ਕੁੱਟ ਕੇ ਫਿਰ ਉਹਨਾਂ ਨੇ ਸਾਨੂੰ ਇੱਥੇ ਜਿਹੜੇ ਅਗਾ ਜਾਂਦੇ ਰਹੇ ਹੈ ਤਾਇਆ ਚੌਧਰੀ ਸੀ ਨਾ, ਉਹਨੇ ਹਠਾੜ ਪਿਆ ਲਈ ਸੀ ਤੇ ਉਹਨੂੰ 1 ਕਿੱਲੇ ਦੇ 2-2 4-4 ਪੈ ਗਏ। ਅੱਛਾ ਅੱਛਾ। ਉਹ ਫਿਰ ਅਸੀਂ ਇੱਥੇ ਵਾਧੇ ਘਾਟੇ ਪਹਿਲਾਂ ਤਾਂ ਕੋਈ ਜੋ ਅੱਲਾ ਦਾ ਸ਼ੁਕਰ ਅਦਾ ਜੋ ਵੀ ਮੇਰਾ ਮਿਲ ਗਿਆ, ਲੇਕਿਨ ਉਧਰ ਤੁਸੀਂ ਉਧਰ ਜ਼ਿਆਦਾ ਸੀ, ਫਿਰ ਇੱਥੇ ਮਤਲਬ ਜਿਸ ਤਰ੍ਹਾਂ ਤੁਹਾਨੂੰ ਉਹਨਾਂ ਨੇ ਅਲਾਟ ਕੀਤੀ, ਫਿਰ ਤੁਹਾਨੂੰ ਇਹ ਚੱਕ ਛਾੜ ਅਲਾਟ ਹੋ ਗਿਆ। ਅੱਛਾ। ਇੱਥੇ ਘਰ ਬਣੇ ਸੀ ਬਾਬਿਓ ਕਿ ਬਾਅਦ ਚ ਤੁਸੀਂ ਬਣਾਏ ਆ? ਕਿੱਥੇ? ਇੱਥੇ ਚੱਕ ਛਾੜ ਸੀ। ਇੱਥੇ ਸਿੱਖ ਜੇ ਨਿਕਲ ਕੇ ਬੋਟੀ ਗਏ ਸੀ। ਅੱਛਾ। ਮਗਰ ਹੀ ਅਸੀਂ ਆ ਗਏ। ਅੱਛਾ ਅੱਛਾ, ਉਹ ਵੀ ਸਮਾਨ ਇੱਥੇ ਛੱਡ ਗਿਆ ਸੀ? ਛੱਡ ਗਏ ਨਹੀਂ ਪੁੱਤਰ, ਇਹ ਸਿੱਖ ਗਏ ਨੇ ਸਹਿਜ ਪਾ ਨਾਲ। ਅੱਛਾ। ਪਸ਼ੂ ਡੰਗਰ ਦੇ ਕੇ ਗੱਡਾ ਲੈ ਕੇ ਤੇ ਫਿਰ ਅਸੀਂ ਜਿਵੇਂ ਹੈਗਾ ਸੀ ਤੇ ਜਿਹੜਾ ਸਮਾਨ ਸੀ ਉਹ ਫਿਰ ਇਹਨਾਂ ਲੁੱਟ ਲਾਟ ਲਿਆ ਲੋਕਾਂ ਨੇ। ਫਿਰ ਗੰਦੇ ਹੁੰਦੇ ਫਿਰੇ ਨੇ, ਜਿਹੜਾ ਕੋ ਸਾਨੂੰ ਉਹਨਾਂ ਦੇ ਦੂ ਟੱਕਰ ਗਿਆ ਨਾ ਟੱਕਰ ਗਿਆ ਸੀ ਫਿਰ ਜਿਵੇਂ ਤੇ ਉੱਥੇ ਜਦੋਂ ਤੁਸੀਂ ਉੱਥੇ ਸਾਜੇ, ਤੁਹਾਡਾ ਕੋ ਉੱਥੇ ਬੇਲੀ ਸੱਜਣ ਕੋਈ ਹੈ ਜਾਂ ਬੰਦਾ ਜਿਹਨੂੰ ਮਤਲਬ ਹੋਵੇ ਵੀ ਬੜਾ ਵੀ ਮੇਰਾ ਬੜਾ ਬੇਲੀ ਸੀ? ਬਾਬਾ ਬਸ਼ੀਰ ਮੈਨੂੰ ਦੱਸ ਦਿੰਦਾ ਸੀ ਮੇਰਾ ਇਹ ਬੜਾ ਇੱਕ ਬੇਲੀ ਸੀ ਉੱਥੇ, ਉਹਨੂੰ ਮੈਨੂੰ ਬੜਾ ਯਾਦ। ਬਾਬਾ ਬਸ਼ੀਰ ਨਹੀਂ ਆ ਹੈਗਾ ਆਪਣਾ ਬਾਬੇ ਸ਼ੇਰ ਅਹਿਮਦ ਕੇ? ਆਹੋ, ਉਹ ਬਤਾ ਉਹਦੇ ਕੋਲ ਮੈਂ ਇੱਕ ਦਿਨ ਬੈਠਾ ਰਿਹਾ। ਉਹ ਆਣੀ ਸੀ ਐਸੀ ਮੈਨੂੰ ਦੱਸ ਦਿੰਦੇ ਉਹ ਮੇਰਾ ਇੱਕ ਬੜਾ ਬੇਲੀ ਸੀ ਸਿੱਖ। ਯਾਦ ਹੈਗਾ ਤੁਹਾਡਾ ਉਦੋਂ ਦਾ ਬੇਲੀ ਕੋਈ? ਬੇਲੀ ਪੁੱਤਰ ਤੁਹਾਡੀ ਉਹਨੇ ਦਾ ਪਿਆਰ ਮੈਂ ਬਣਾ ਤੁਸੀਂ ਰਹਿ ਰਹੇ, ਤੁਹਾਡਾ ਕੋਈ ਮਸਲਾ ਨਹੀਂ ਸੀਗਾ। ਨਹੀਂ, ਲੇਕਿਨ ਇਹ ਕੋਈ ਬੇਲੀ ਤਾਂ ਹੁੰਦੇ ਨੇ ਛੋਟੇ ਹੁੰਦੇ, ਤੁਸੀਂ ਵੈਸੇ ਉਮਰ ਤੇ ਉਸ ਸਾਡੀ ਉਮਰ ਦੇ ਲਿਹਾਜ਼ ਨਾਲ ਸਾ ਬੇਲੀ ਆਪਦੇ ਘਰ ਦੇ ਪਿੰਡ ਦੇ ਥੋੜੇ ਸੀ। ਅਸੀਂ ਕੋਈ ਕੀ ਵਰਤੋਂ ਕਰਦੇ, ਜਿਹੜੇ ਸਾਡੇ ਹੈਗੇ ਜੱਟਾਂ ਵਾਲੀ ਬਸਤੀ, ਮੇਰੇ ਤਾਏ ਕੋਲੇ ਆਉਂਦੇ ਇੱਕ ਪੂਰਾ ਤੇ ਚੰਨਣ ਤੇ ਫੁੱਫੀਆਂ ਸਾਡੀਆਂ ਮਾਵਾਂ ਨੂੰ ਸਾਡੇ ਤੇ ਜਿਸ ਦਿਨ ਆਏ ਆ ਨਾ ਅਸੀਂ ਆਪਦੇ ਬਾਗ ਵਾਲਾ ਖੂਹ ਲੰਘੇ ਆ ਤੇ ਉਹ ਜੱਟਾਂ ਵਾਲੀ ਬਸਤੀ ਵਾਲੇ ਫਾਇਦਾ ਪੈਸੇ ਕੱਢਣ। ਬੇਲੀ ਕੀ ਕਰੇ ਉੱਥੇ ਬੇਲੀਆਂ ਨੂੰ ਉਹੀ ਹੈ ਬੇਲੀ ਫੈਰ ਕੱਢਣ ਲੱਗ ਪਿਆ। ਚੰਗੇ ਸੱਕੇ ਸੀ ਫਿਰ ਬੇਲੀ। ਇੱਧਰ ਵੈਸੇ ਉਧਰ ਨਾਲੋਂ ਇੱਧਰ ਤੁਸੀਂ ਖੁਸ਼ਹਾਲ ਜੇ ਕਿ ਨਹੀਂ? ਤੇ ਪੁੱਤਰ ਅੱਲਾਹ ਦਾ ਸ਼ੁਕਰ ਹੈ। ਮੇਰੀ ਗੱਲ ਸੁਣ, ਇਹ ਕਾਇਦੇ ਆਜ਼ਮ ਨੇ ਐਵੇਂ ਜਾਨਾਂ ਲਾਤੀਆਂ, ਇੰਨਾ ਕੁਛ ਕਰ ਦਿੱਤਾ ਕਮਲਿਆ। ਉਧਰ ਤਾਂ ਉਹਦੀ ਮਿਹਰਬਾਨੀ, ਉਹਨੇ ਮੁਲਕ ਨੂੰ ਮੇਰਾ ਮਤਲਬ ਸਾਰਿਆਂ ਪਿੰਡ ਸਿੱਖ ਕੋਈ ਨਹੀਂ ਸੀ। ਹਾਂ ਅੱਛਾ ਤੇ ਸਾਨੂੰ ਨਾਲ ਇੱਕ ਨਾ ਤੇ ਜਿਹੜੇ ਪਿੰਡਾਂ ਦੇ ਵਿੱਚ ਸਿੱਖ ਸੀ ਨਾ, ਉਹ ਗਾਂ ਨਹੀਂ ਸੀ ਕਰਨ ਦਿੰਦੇ ਤੇ ਝਟਕਾ ਕਰਕੇ ਖਾਂਦੇ ਸੀ। ਉੱਥੇ ਲੜਾਈਆਂ ਫਸਾਦ ਹੀ ਹੁੰਦੇ ਰਹਿੰਦੇ। ਅੱਛਾ। ਸਾਡੇ 5-10 ਪਿੰਡ ਜਿਹੜੇ ਸੀ ਨਾ ਸਾਰੇ ਮੁਸਲਮਾਨ ਸੀ ਆਪ ਹੀ ਕਰਦੇ। ਇਹ ਤਾਂ ਪੁੱਤਰ ਉਹ ਬੜਾ ਕੁਛ ਹੋਵੇ ਹੋਗਾ ਕਿ ਕਿਹੜੀ ਗੱਲ ਹੈ। ਨਾਲੇ ਮੇਰੇ ਬਾਬੇ ਹਾਜੀ ਗੁਲਾਮ ਕਾਦਰ ਸੀ ਨਾ ਜਿਹੜਾ, ਹਾਂਜੀ, ਆਊਟ ਹੋ ਗਿਆ ਹੈ, ਉਹਦੀ ਦੁਨੀਆ ਪਾਵੇ ਬਹਿੰਦੀ ਸੀ ਉੱਧਰ। ਸਿੱਖ ਵੀ ਇੱਥੇ ਬੈਠੇ ਰਹਿਣ, ਮੁਸਲਮਾਨ ਵੀ ਕਿੱਡੇ ਸ਼ਰੀਕੇ ਆਏ ਹੁਣ ਜਦੋਂ ਉਹਦੇ ਘਰ ਹੈ ਨਾ, ਕੋਈ ਅਸੀਂ ਸਿਰ ਨਹੀਂ ਸੀ ਪੱਟ ਸਕਦਾ। ਮਤਲਬ ਉੱਥੇ ਜਿਹੜੇ ਤੁਹਾਡੇ ਪਿੰਡ ਸੀ ਉਹ ਸਾਰੇ ਉੱਥੇ ਕੋਈ ਗੈਰ ਮਜ਼ਹਬ ਹੋਰ ਬੰਦਾ ਨਹੀਂ ਸੀਗਾ, ਸਾਰੇ ਮੁਸਲਮਾਨ? 5-7 ਪਿੰਡ ਸੀ ਨਾ ਜਿਹੜੇ, ਹਾਂਜੀ, ਉਹ ਸਾਡੇ ਮੁਸਲਮਾਨਾਂ ਦਾ ਏਰੀਆ ਇਕੱਠਾ ਸੀ, ਤਾਂ ਹੀ ਅਮਨ ਸੀ। ਬਾਬਾ ਕਿਹੜੇ ਪਿੰਡ ਕਿਹੜੇ ਹੈਗਾ ਅੰਦਾਜ਼ਾ ਕੋਈ? ਇੱਕ ਤੁਹਾਡਾ ਪਿੰਡ ਸੀ, ਕੀ ਨਾਂ ਦੱਸਿਆ ਜਾਂਦਾ? ਚੰਗਾਲੀ। ਚੰਗਾਲੀ, ਨਿੱਕੀ ਚੰਗਾਲੀ, ਵੱਡੀ ਚੰਗਾਲੀ ਸੀ ਮਾਨਤਕੀ। ਅੱਛਾ, ਇੱਕ ਨਾਲ ਵੱਡੀ ਚੰਗਾਲੀ ਸੀ। ਤੇ ਫਿਰ ਸ਼ੇਰ ਕਾਂ ਹਾਜੀ ਨੂਰਾਮ ਜਿਹੜਾ ਸੀ ਉਹ ਕਿਹੜੀ ਚੰਗਾਲੀ ਸੀ? ਤੇ ਅਸੀਂ ਭਰਾ ਮਾਮਿਆਂ ਫੁੱਫੀਆਂ ਹੈਗੇ ਵੀ ਆਣੀ ਆ, ਖਲੀਲਾਮ ਤੇ ਮੈਂ ਤੇ ਉਹ ਸਾਡੇ ਨਾਨਕੇ ਨੇ। ਠੀਕ ਹੋ ਗਿਆ। ਤੇ ਨੰਬਰਦਾਰ ਵੀ ਸਾਡਾ ਮਾਮੇ ਦਾ ਪੁੱਤਰ ਸੀ। ਠੀਕ ਹੈ ਠੀਕ। ਤੇ ਸਾਧ ਕੇ ਜਿਹੜਾ ਲਿਜਾਸ ਦਾ ਪਿਓ ਸੀ ਉਹ ਸਾਡੀ ਮਾਤੀ ਆ, ਅੰਗੋ ਦਾ ਪੜੇਵਾ ਸੀ। ਅੱਛਾ।
ਇਹ ਤਾਂ ਸਾਡੀ ਬਿਆਦਰੀ ਆਪ ਦੀ ਤਾਂ ਸਾਰੀ ਹੈ ਜੀ। ਮਤਲਬ ਤੁਸੀਂ ਆਪ ਚ ਸਾਰੇ ਆ ਕੇ ਜਿਹੜੇ ਇਹ ਸੀ ਇਹ ਤੁਹਾਡੇ ਕੁਝ ਲੱਗਦੇ ਸੀ ਆ ਬਾਬੇ ਸ਼ੇਰ ਅਹਿਮਦ ਕੇ? ਲੈ ਸੁੱਡੇ ਵਾਲੇ ਤੇ ਇਹ ਨੇ ਤੇ ਇਹ ਐਵੇਂ ਹੀ ਸਨ। ਇਹ ਤਾਂ ਸਾਰੇ ਇਕੱਠੇ ਆਏ ਨੇ ਯਾਰ, ਕੋਲ ਹੀ ਹੈਗੇ ਸੀ ਇਹਨਾਂ ਦੇ ਕੋਲ ਤਾਂ ਹੀ ਤਾਂ ਅਲਾਟਮੈਂਟ ਇਕੱਠੀ ਹੋਈ। ਉਦਾਂ ਰਾਤ ਸਾਡੇ ਨਾਲ ਉੱਠੋ ਹੋਰ ਆ ਗਏ ਵਿਚਾਰੇ, ਇਹ ਵੀ ਪਿੰਡ ਨਾਲ ਹੀ ਉਹ ਆ ਗਏ। ਉਹਨਾਂ ਦੇ ਵੈਸੇ ਵੀ ਅਸੀਂ ਤਾਂ ਸਾਨੂੰ ਤਾਂ ਇੱਧਰ ਕਿਤੇ ਫੈਸਲਾਬਾਦ ਵਾਲੇ ਪੈ ਗਈ ਸੀ ਜ਼ਮੀਨ, ਤੇ ਫਿਰ ਸਾਨੂੰ ਬਾਬਾ ਗੁਲਾਮ ਕਾਦਰ ਇੱਧਰ ਲੈ ਕੇ ਆਇਆ। ਗੱਲ ਸੁਣ ਮੇਰੀ ਪੁੱਤਰ, ਅਸੀਂ ਤਾਂ 11 ਦਿਨ ਆ ਕੇ ਬਹਿ ਗਏ। ਦੁਨੀਆ ਤਾਂ 2-2 3-3 ਸਾਲ ਰੁਲਦੀ ਪਈ। ਇਹ ਵਿਚਾਰਾਂ ਤਾਂ ਲੱਭੀ ਨਹੀਂ। ਕੋਈ ਕਿਤੇ ਗਏ, ਕੋਈ ਕਿਤੇ, ਕੋਈ ਪਿੰਡ ਨਹੀਂ ਪਸੰਦ ਆ ਰਿਹਾ, ਪਾਣੀ ਨਹੀਂ ਪਸੰਦ ਆ ਰਿਹਾ। ਇਹ ਬਹੁਤ ਰੋਲ ਫੇਰ ਕੇ ਆਏ ਨੇ ਤੇ ਉੱਥੇ ਲੈਲਪੁਰੇ ਨਾਲ ਨਹੀਂ ਆ ਦਾ ਖੱਲਾ ਖੈਰ ਕਰੇ, ਸੋਨੇ ਦੀ ਚਿੜੀਆ ਜਿਹੜੀ ਜਗ੍ਹਾ ਤੇ ਤੁਹਾਨੂੰ ਅੱਲਾਹ ਪਾਕ ਨੇ ਤੇ ਲਾਟ ਫਿਰ ਕੀਤੀ ਮੇਰੇ ਹੈ, ਤਾਏ ਚੌਧਰੀ ਨੇ ਇਹਨਾਂ ਨੂੰ ਲਿਆਂਦਾ ਸੀ, ਉਹਦੇ ਨਾਲ ਸ਼ੇਰ ਬਾਬੇ ਹਾਜੀ ਸ਼ੇਰ ਅਹਿਮਦ ਦੇ ਨਾਲ ਨਾ ਟੋਰ ਪਤਾ ਸੀ। ਇਹ ਜਿਹੜੀ ਬਾਬਾ ਜੀ ਆਪਣੀ ਆਪਣੀ ਇਹ ਜ਼ਮੀਨ ਹੈ ਉੱਪਰਲੀ ਸਾਈਡ ਤੇ ਨੰਬਰਦਾਰਾਂ ਦੀ ਜ਼ਮੀਨ ਹੈ ਜਿਹੜੀ ਇਹਨਾਂ ਦੀ ਰਾਈਆਂ ਦੀ, ਹਾਂ ਇਹਨਾਂ ਮਹਿਰਾਂ ਦੀ। ਹਾਂ ਇਹ ਇਹਨਾਂ ਨੂੰ ਵੀ ਫਿਰ ਇਸ ਤਰ੍ਹਾਂ ਹੀ ਲਾਟ ਹੋਈ। ਕਿਹੜਿਆਂ ਨੂੰ? ਇਹ ਪਹਿਲੋਂ ਦੀ ਸੀ ਜਿਹੜੀ ਹੁਣ ਜ਼ਮੀਨ ਸਾਡੇ ਕੋਲ ਹੈ। ਮੀਆਂ ਨੇ ਬਾਬਾ ਜਿਹੜਾ ਪੁਰਾਣਾ ਮੀਆਂ ਦੀ ਇਹ ਜ਼ਮੀਨ ਤਾਂ ਜਿਹੜੀ ਆਪਣੇ ਕੋਲ ਸਾਡੇ। ਇੱਥੋਂ ਦੇ ਰਹੇ ਇਹ ਪਹਿਲਾਂ ਅੱਛਾ, ਦਾ ਇਹ ਇਹ ਤਾਂ ਲਾਹੌਰ ਦੇ ਮਾਲਕ ਨੇ। ਅੱਛਾ ਅੱਛਾ ਹਾਂ, ਇਹ ਤਾਂ ਉਹਨਾਂ ਨੇ ਆ ਕੇ ਜ਼ਮੀਨਾਂ ਪਾਈਆਂ ਲਾਹੌਰ। ਇਹ ਜ਼ੈਲਦਾਰ ਵਾਜਦੇ ਹਾਂ, ਨਾ। ਇਹ ਤਾਂ ਸਾਰੇ ਹਾਂ, ਪੁੱਤਰ ਇਹ ਮਾਲਕ ਜ਼ੈਲਦਾਰ। ਨੇ ਅੱਗੇ ਵਾਸਤੇ। ਠੋਕਰਾਂ ਦੇ ਸਿਰਫ 2 ਮੁਰੱਬੇ ਸੀ, ਸਾਰੀ ਮਾਲਕੀ ਇਹਨਾਂ ਦੀ। ਮੀਆਂ ਫਜ਼ਲ ਮਾਨ ਦੇ ਬਾਪ ਜਲਾਲ ਦੀ ਤੇ 80 ਕਿੱਲੇ ਦਾ ਮਾਲਕ ਕੱਲਾ। ਤੇ ਆ ਜਿਹੜੀ ਫਿਰ ਇਹ ਸਾਰੇ ਭਗਵਾਨਪੁਰੀਏ ਚ ਕੋਈ ਜਦੋਂ ਹੁਣ ਤੁਹਾਨੂੰ ਕਦੀ ਉਧਰ ਦੀ ਯਾਦ ਆਈ ਹੈ ਕਿ ਤੁਸੀਂ ਜ਼ਾਹਿਰ ਬਚਪਨ ਉਧਰ ਗੁਜ਼ਾਰਿਆ ਹੈ, ਅੱਧੀ ਜਵਾਨੀ ਉਧਰ ਗੁਜ਼ਾਰੀ ਹੈ, ਕੋਈ ਐਸਾ ਲਮਹਾ ਜਿਹੜਾ ਤੁਹਾਨੂੰ ਉਧਰ ਦਾ ਯਾਦ ਰਹਿ ਗਿਆ ਹੋਵੇ, ਕੋਈ ਬੰਦਾ ਐਸਾ ਜਿਹੜਾ ਉਧਰ ਦਾ ਯਾਦ ਰਹਿ ਗਿਆ ਹੋਵੇ? ਸਾਨੂੰ ਭਾਵੇਂ ਕਿਸੇ ਨਾਲ ਗੈਰ ਮੁਸਲਮ ਨਾਲ ਦਾ ਸਾਡੀ ਜਿਵੇਂ ਬੈਠੇ ਸਨ ਉਹ ਦੁਆ ਸਲਾਮ ਤੇ ਗਈ ਸੀ, ਬਲਕਿ ਅਸੀਂ ਉਹਨਾਂ ਨੂੰ ਯਾਦ ਨਹੀਂ ਕਰਦੇ। ਕੋਈ ਐਸਾ ਤੁਹਾਡਾ ਬੇਲੀ ਉਧਰ ਰਹਿ ਗਿਆ ਹੋਵੇ ਜਿਹਨੂੰ ਤੁਸੀਂ ਯਾਦ ਕਰਨਾ ਚਾਹੁੰਦੇ ਹੋਵੇ? ਮੈਂ ਇਹ ਨਹੀਂ ਹੈਗਾ ਕਿ ਉਹ ਗੈਰ ਮਜ਼ਹਬ ਸੀ, ਅਸੀਂ ਪਾਕਿਸਤਾਨ ਚ ਆ ਗਏ ਕਿ ਅਸੀਂ ਉਹਨਾਂ ਦੀ ਯਾਦਗਿਰੀ ਜਾਂ ਕੋਈ ਸੁਪਨਾ ਵੀ ਆਵੇ ਸਾਡੇ ਪਹਿਲਾਂ ਜੇ ਸਾਡੇ ਰਕਬੇ ਨੇ ਜਾਂ ਜਗ੍ਹਾ ਉਹ ਆਉਂਦਾ, ਉਹ ਯਾਦ ਆਉਂਦਾ ਤੁਹਾਨੂੰ? ਉਹ ਆਉਂਦਾ। ਕੋਈ ਇੱਕ ਐਸਾ ਬੇਲੀ ਜਿਹਨੂੰ ਇਹ ਗੱਲ ਉਧਰ ਜਾ ਕੇ ਸੁਣੀਂਦੀ ਹੋਵੇ, ਕਿਉਂਕਿ ਪੂਰੀ ਦੁਨੀਆ 'ਚ ਵੇਖੀ ਜਾਣੀ ਹੈ, ਉਹਨੂੰ ਕੋਈ ਐਸਾ ਪੈਗਾਮ ਦੇਣਾ ਚਾਹੁੰਦੇ ਹੋਵੋ, ਕੋਈ ਐਸਾ ਦੋਸਤ ਜਿਹੜਾ ਉਦੋਂ ਦਾ ਤੁਹਾਨੂੰ ਇੱਕ ਵੀ ਯਾਦ ਆਉਂਦਾ ਹੋਵੇ ਉਹਨਾਂ ਵਿੱਚੋਂ, ਜਿਹਦੇ ਨਾਲ ਤੁਸੀਂ ਰਲ ਕੇ ਟੁਰਦੇ ਰਹੇ ਹੋਵੋ? ਨਾ ਯਾਦ ਨਹੀਂ ਹੈਗਾ। ਇਧਰ ਆਪਣੇ ਬਜ਼ੁਰਗਾਂ ਦੇ ਨਾਲ ਇਹਨਾਂ ਨੇ ਜ਼ਿੰਦਗੀ ਜਿਹੜੀ ਹੈ ਨਾ ਅੱਛੀ ਪਾਕਿਸਤਾਨ ਚ ਆ ਗਏ ਆ ਉਦੋਂ ਤਾਂ ਬੜਾ ਹੋਈ ਪਹਿਲੇ ਤਾਂ ਕਿਸੇ ਦੀ ਕੋਈ 5-10 ਸਾਲ ਤੱਕ ਜਾਂ 10 ਸਾਲ ਤੱਕ ਇੰਨੀ ਮੁਲਾਕਾਤ ਨਹੀਂ ਸੀ। ਉਹ ਬਾਅਦ ਤਾਂ ਫਿਰ ਕਿਤੇ ਨਾ ਬਹਿਣ ਖਾਣ ਲੱਗ ਪਏ, ਉਹ ਪਿੰਡ ਦੇ ਵੀ ਉਹ ਵੀ ਇੱਥੇ ਵੀ ਸਾਰਿਆਂ ਦੇ ਦੀ। ਬਾਰੇ ਜੀ ਦੱਸਣਾ ਹੈ। ਹਾਂ ਜੀ, ਇੱਥੇ ਆ ਕੇ ਤੁਹਾਡਾ ਕੋਈ ਬੇਲੀ ਬਣਿਆ ਹੋਵੇ ਜਿਹਦੇ ਨਾਲ ਬੜਾ ਪਿਆਰ ਹੋਵੇ ਇੱਥੇ ਆ ਕੇ? ਇੱਥੇ ਤਾਂ ਸਾਰੇ ਬੇਲੀ ਨੇ, ਸਾਰੇ ਬੇਲੀ ਨੇ, ਹੁਣ ਵੀ ਬੇਲੀ ਨੇ। ਜਦ ਆਏ ਹੋਏ ਬੇਲੀ ਨੇ ਬਾਹਰ ਆ ਰਹੇ ਕਿ ਆਪਾਂ ਜ਼ਿੰਦਗੀ 'ਚ ਗਵਾਇਆ ਨਹੀਂ ਕਿਸੇ ਨਾਲ ਦਵਾਈ ਨਹੀਂ ਬਾਤ। ਨਾ। ਬਹੁਤ ਅੱਛੇ ਜੀ। ਹੁਣ ਇੱਕ ਸਾਡੇ ਨਾਲ ਰਲਦੇ ਹੋਇਆ ਪਾਕਿਸਤਾਨ ਜ਼ਿੰਦਾਬਾਦ ਦਾ ਨਾਰਾ ਲਾ ਦਈਏ, ਤਾਂ ਕਿ ਆਪਾਂ ਜਿਹੜਾ ਨਾ ਪਾਕਿਸਤਾਨ ਦੇ ਨਾਲ ਜਿਸ ਤਰ੍ਹਾਂ ਪਿਆਰ ਕਰਨੇ ਆ, ਜਿੰਨਾ ਪਿਆਰ ਸਾਨੂੰ ਪਾਕਿਸਤਾਨ ਨੇ ਦਿੱਤਾ ਹੈ, ਅਸੀਂ ਉਹਦਾ ਇਜ਼ਹਾਰ ਵੀ ਕਰ ਲਈਏ। ਤੇ ਕੀ ਖਿਆਲ ਹੈ ਤੁਹਾਡਾ, ਨਾਰਾ ਲਾਣਾ ਚਾਹੀਦਾ? ਵੇਖੋ ਸਲਾਮ ਦਾ ਨਾਰਾ। ਲਓ ਜੀ, ਪਾਕਿਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ, ਜ਼ਿੰਦਾਬਾਦ, ਬਾਬਾ ਨੂਰ ਅਹਿਮਦ ਜ਼ਿੰਦਾਬਾਦ।